ਇਮਰਾਨ ਸਾਹਿਬ ਜਿਹੜਾ ਬੰਦਾ ਇਹ ਗੱਲ ਪਿਆ ਕਰਦਾ ਹੋਇਆ ਨਾ, ਹਾਂਜੀ। ਉਹ ਗੱਲ ਇਹਨਾਂ ਦੀ ਇਸ ਤਰ੍ਹਾਂ ਹੈ ਕਿ ਇਹਨਾਂ ਦੋਵਾਂ ਬੰਦਿਆਂ ਨੇ ਕੀਤਾ ਸੀ ਆਪਸ ਵਿੱਚ ਕਾਰੋਬਾਰ ਸ਼ੁਰੂ। ਹਾਂਜੀ। ਇਹ ਵੰਡੇ ਦਾ, ਵਨਡੇ ਦਾ। ਇਹ ਜਾਨਵਰਾਂ ਨੂੰ ਨਹੀਂ ਵੰਡਾ ਪਾਈਦਾ। ਉਹ ਕਾਰੋਬਾਰ ਇਹਨਾਂ ਨੇ ਸ਼ੁਰੂ ਕੀਤਾ ਆਪਸ ਵਿੱਚ ਇਕੱਠਿਆਂ ਰਲ ਕੇ, ਪਾਰਟਨਰਸ਼ਿਪ। ਅੱਛਾ, ਹੁਣ ਇਸ ਬੰਦੇ ਦੀਆਂ ਤੁਸੀਂ ਗੱਲਾਂ ਸੁਣਦੇ ਹੋ ਕਿ ਇਹ ਕਹਿ ਰਿਹਾ ਸੀ ਕਿ ਮੈਂ ਬਿਲਕੁਲ ਫਰਿਸ਼ਤਾ ਵਾਂ। ਹੁਣ ਸਰ ਗੱਲਾਂ ਤੁਜ਼ਾਰ ਇਹ ਕਰਾਂਦਾ ਸੀ ਪਿਆ ਕਿ ਮੈਂ ਬਿਲਕੁਲ ਫਰਿਸ਼ਤਾ ਵਾਂ। ਜੀ ਜੀ। ਮੇਰਾ ਜਿਹੜਾ ਦੂਸਰਾ ਪਾਰਟਨਰ ਹੈ ਉਹ ਉਹਦੇ ਜਿਤਨਾ ਬੇਈਮਾਨ ਬੰਦਾ ਹੀ ਕੋਈ ਨਹੀਂ। ਹਾਂਜੀ। ਅਸੀਂ ਹੁਣ ਪਾਰਟਨਰਸ਼ਿਪ ਜਿਹੜੀ ਉਹ ਇਸ ਗੱਲ ਵਾਸਤੇ ਹੋਰ ਮਜ਼ੀਦ ਨਹੀਂ ਚਲਾ ਸਕਦੇ। ਹਾਲਾਂਕਿ ਜਿਸ ਵਕਤ ਇਹਨਾਂ ਦੋਵਾਂ ਨੇ ਕਾਰੋਬਾਰ ਸ਼ੁਰੂ ਕੀਤਾ ਹੁੰਦਾ ਨਾ, ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਵੇਲੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਹੁੰਦਾ, ਇਹਨਾਂ ਦੋਵਾਂ ਹੀ ਬੰਦਿਆਂ ਨੇ ਬੜੇ ਬੜੇ ਅਸੂਲ ਅਤੇ ਬੜੇ ਬੜੇ ਜਿਹੜੇ ਨੇ ਨਾ ਉਹ ਦੱਸੇ ਹੁੰਦੇ ਨੇ ਕਿ ਜੀ ਮੈਂ ਇਸ ਤਰ੍ਹਾਂ ਦਾ ਅਸੂਲ ਪਸੰਦ ਆ, ਮੈਂ ਇਸ ਤਰ੍ਹਾਂ ਦਾ ਨੀਅਤ ਦਾ ਸਾਫ਼ ਹਾਂ, ਮੈਂ ਇੰਜ ਨਹੀਂ ਕਰਦਾ, ਮੈਂ ਇਸ ਤਰ੍ਹਾਂ ਨਹੀਂ ਕਰਦਾ, ਮੈਂ ਮਤਲਬ ਕਿ ਆਪਣੇ ਆਪ ਨੂੰ ਬੜਾ ਠੀਕ ਬਣਾਇਆ ਉਹਨੇ। ਫਿਰ ਬੜੀ ਮਜ਼ੇ ਦੀ ਗੱਲ ਹੈ ਕਿ ਮੈਂ ਇਹਨਾਂ ਦੋਵਾਂ ਨੂੰ ਉਸ ਵਕਤ ਕਿਹਾ ਆ ਕਿ ਤੁਸੀਂ ਥੋੜਾ ਕਰ ਲਓ ਤੇ ਆਪਣਾ ਆਪਣਾ ਕਰ ਲਓ ਤੇ ਪਾਰਟਨਰਸ਼ਿਪ ਨਾ ਕਰੋ। ਜੀ। ਬਾਕੀ ਉਸ ਵਕਤ ਇਹ ਦੋਵੇਂ ਹੀ ਇੱਕ ਦੂਸਰੇ ਨੂੰ ਬੜਾ ਮੋਮਨ ਤੇ ਬੜਾ ਠੀਕ ਸਮਝਦੇ ਸੀ ਤੇ ਆਪਣੇ ਆਪ ਨੂੰ ਵੀ ਕਹਿੰਦੇ ਕਿ ਅਸੀਂ ਠੀਕ ਹਾਂ। ਅੱਛਾ, ਬੜੀ ਮਜ਼ੇ ਦੀ ਗੱਲ ਹੈ ਕਿ ਜਿਸ ਬੰਦੇ ਦੀਆਂ ਗੱਲਾਂ ਕਰਦਾ ਨਾ, ਉਸ ਬੰਦੇ ਨਾਲ ਜਿਸ ਵਕਤ ਮੇਰੀ ਗੱਲ ਹੋਈ ਨਾ, ਤੇ ਉਹਨੂੰ ਜੇ ਮੈਂ ਕਿਹਾ ਯਾਰ ਅੱਲਾ ਕਰੇ ਤੁਹਾਡਾ ਕੰਮ ਠੀਕ ਚੱਲ ਜਾਏ, ਬਾਕੀ ਪਾਰਟਨਰਸ਼ਿਪ ਜਿੱਥੇ ਜਿੱਥੇ ਹੁੰਦੀ ਹੈ ਨਾ, ਉੱਥੇ ਹੁੰਦੇ ਅਕਸਰ ਵੇਖਿਆ ਮਸਲੇ ਹੀ ਹੁੰਦੇ। ਬੜੀਆਂ ਜਗ੍ਹਾ ਤੇ ਕਾਮਯਾਬ ਵੀ ਹੁੰਦੇ ਨੇ ਬੰਦੇ, ਬੜਾ ਜ਼ਿਆਦਾ ਜਿਹੜੇ ਨੇ ਨਾ ਉਹ ਦੇਖਣ ਵਿੱਚ ਇਹ ਆਇਆ ਕਿ ਮਸਾਇਲ ਜਿਹੜੇ ਨੇ ਉਹ ਬੜੇ ਜ਼ਿਆਦਾ ਹੋਏ ਨੇ। ਉਸ ਬੰਦੇ ਦੇ ਅੱਗੋਂ ਅਲਫਾਜ਼ ਪਤਾ ਕੀ ਸੀ, ਮੈਨੂੰ ਅੱਜ ਵੀ ਬੜਾ ਯਾਦ। ਉਹ ਮੈਨੂੰ ਕਹਿੰਦਾ ਜੀ ਮੈਨੂੰ ਇਤਨਾ ਪਤਾ ਹੈ ਕਿ ਮੈਂ ਖੁਦ ਨੀਅਤ ਦਾ ਸਾਫ਼ ਹਾਂ, ਮੇਰੀ ਨੀਅਤ ਸਾਫ਼ ਹੈ, ਤੇ ਜਿਸ ਬੰਦੇ ਦੀ ਆਪਣੀ ਨੀਅਤ ਸਾਫ਼ ਹੋਵੇ ਨਾ, ਉਹ ਦੂਸਰੇ ਬੰਦੇ ਤੇ ਸ਼ੱਕ ਨਹੀਂ ਕਰਦਾ, ਤੇ ਜਿਸ ਵਕਤ ਸ਼ੱਕ ਨਾ ਕਰੇਦਾ ਉਸ ਵਕਤ ਨਿਜ਼ਾਮ ਖਰਾਬ ਨਹੀਂ ਹੁੰਦੇ ਹਨ। ਤੇ ਜਿਹਦੀ ਨੀਅਤ ਸਾਫ਼ ਹੋਵੇ ਉਹਨੂੰ ਨੀਅਤ ਸਾਫ਼ ਵਾਲਾ ਬੰਦਾ ਮਿਲਦਾ। ਮੈਂ ਕਿਹਾ ਇਹਦਾ ਮਤਲਬ ਇਹ ਵੀ ਕਿ ਉਹ ਬਿਲਕੁਲ ਤੈਨੂੰ ਸਾਫ਼ ਨੀਅਤ ਵਾਲਾ ਮਿਲਿਆ। ਉਹਨੇ ਆਖਿਆ ਜੀ ਬਿਲਕੁਲ, ਮੈਂ ਉਹਦੇ ਅੱਜ ਤੇ ਨਹੀਂ ਨਾ ਚੋਰ ਸਾਹਿਬ ਅਸੀਂ ਇਕੱਠੇ ਹੋਏ, ਅਸੀਂ ਬਚਪਨ ਤੋਂ ਇਕੱਠੇ ਹਾਂ। ਮੈਂ ਕਿਹਾ ਠੀਕ ਹੈ। ਹੁਣ ਦੇਖੋ ਤੁਸੀਂ ਕਿ ਜਿਹੜੇ ਇਹਨਾਂ ਦੋਵਾਂ ਨੇ ਉਸ ਵਕਤ ਇੱਕ ਦੂਸਰੇ ਨੂੰ ਇਮਾਨਦਾਰ ਵੀ ਸਮਝਦੇ ਸੀ, ਇੱਕ ਦੂਸਰੇ ਨੂੰ ਨੀਅਤ ਦਾ ਵੀ ਸਾਫ਼ ਸਮਝਦੇ। ਫਿਰ ਮਜ਼ੇ ਦੀ ਗੱਲ ਕਿ ਵਾਕਈ ਗੱਲ ਸਹੀ ਹੈ ਕਿ ਬਚਪਨ ਤੋਂ ਇਕੱਠੇ ਰਹਿਣ ਵਾਲੇ, ਇਕੱਠੇ ਫਿਰਨ ਟੁਰਨ ਵਾਲੇ ਸੀ, ਬਚਪਨ ਤੋਂ ਇੱਕ ਦੂਸਰੇ ਨੂੰ ਜਾਣਦੇ, ਇੱਕ ਦੂਸਰੇ ਦੀ ਨੇਚਰ ਨੂੰ ਜਾਣਦੇ ਸੀ। ਜਿਤਨੀ ਦੇਰ ਕਾਰੋਬਾਰ ਨੇ ਇਕੱਠਿਆਂ ਕੀਤਾ, ਉਤਨੀ ਦੇਰ ਦੋਵੇਂ ਇੱਕ ਦੂਸਰੇ ਦੀ ਨਜ਼ਰ ਦੇ ਵਿੱਚ ਬੜੇ ਹਾਜੀ ਨਮਾਜ਼ੀ ਹੈ, ਬੜੇ ਨੇਕ ਮੋਮਨ ਸੀ। ਕਾਰੋਬਾਰ ਇਕੱਠਾ ਕੀਤਾ, ਇਹ ਇਤਨਾ ਅਰਸਾ ਵੀ ਨਹੀਂ ਹੋਇਆ, ਪਿਛਲੀਆਂ ਸਰਦੀਆਂ ਵਿੱਚ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ। ਜੀ ਜੀ। ਉਹ ਪਿਛਲੀਆਂ ਸਰਦੀਆਂ ਦਾ ਸੀਜ਼ਨ ਲਾਇਆ ਤੇ ਗਰਮੀਆਂ ਗੁਜ਼ਰੀਆਂ ਨੇ, ਤੇ ਹੁਣ ਸਰਦੀਆਂ ਹੀ ਆਉਂਦੀਆਂ ਨੇ ਵੀ। ਹੁਣ ਇੱਕ ਦੂਸਰੇ ਦੇ ਇਸ ਤਰ੍ਹਾਂ ਬਣ ਗਏ ਨੇ ਕਿ ਇੱਕ ਕਹਿੰਦਾ ਕਿ ਮੈਂ ਬੜਾ ਮੋਮਨ ਹਾਂ, ਦੂਸਰਾ ਹੈ ਹੀ ਸ਼ੈਤਾਨ ਹੀ। ਦੋਵੇਂ ਇੱਕ ਦੂਜੇ ਨੂੰ ਕਹਿੰਦੇ। ਦੋਵੇਂ ਇੱਕ ਦੂਜੇ ਨੂੰ ਕਹਿੰਦੇ। ਇਹ ਤਾਂ ਮਿਲਿਆ ਨਾ, ਦੂਸਰਾ ਇਹ ਮਿਲਿਆ ਨਹੀਂ, ਉਹਦੇ ਵੀ ਇਹੀ ਅਲਫਾਜ਼ ਹੁੰਦੇ। ਉਹਨੂੰ ਮਿਲੋ ਉਹਦੇ ਜਿਸ ਵਕਤ ਤੇ ਉਹ ਕਹੇਦਾ ਕਿ ਮੈਂ ਬੜਾ ਠੀਕ ਹਾਂ, ਉਹ ਗਲਤ ਹੈ। ਉਹ ਮਤਲਬ ਫਰਾਡ। ਮਤਲਬ ਇਹ ਕਿ ਦੋਵਾਂ ਨੇ ਜਿਸ ਵਕਤ ਖੁਦ ਆਪਣੇ ਆਪ ਨੂੰ ਠੀਕ ਕਹਿੰਦੇ ਨੇ, ਇਹਦਾ ਮਤਲਬ ਇਹਨਾਂ ਨੂੰ ਇਹ ਪਤਾ ਹੈ ਕਿ ਈਮਾਨਦਾਰ ਹੋਣਾ ਅੱਛੀ ਚੀਜ਼ ਹੈ, ਹੋਣਾ ਚਾਹੀਦਾ। ਸੱਚ ਬੋਲਣਾ ਅੱਛੀ ਚੀਜ਼ ਹੈ, ਬੋਲਣਾ ਚਾਹੀਦਾ। ਧੋਖਾ ਫਰਾਡ ਦਗਾਬਾਜ਼ੀ ਨਹੀਂ ਕਰਨੀ ਚਾਹੀਦੀ, ਉਹ ਕਰੋ ਦੇ ਉਹ ਬੁਰੀ ਚੀਜ਼ ਹੈ, ਨਹੀਂ ਕਰਨੀ ਚਾਹੀਦੀ। ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਪਤਾ ਹੈ। ਅਗਰ ਇਹਨੂੰ ਪਤਾ ਹੈ ਤਾਂ ਦੂਸਰੇ ਨੂੰ ਵੀ ਪਤਾ ਹੈ। ਜੇ ਇਹ ਵੀ ਨੇਕ ਤੇ ਮੋਮਨ ਹੈ, ਦੂਸਰਾ ਵੀ ਨੇਕ ਤੇ ਮੋਮਨ ਹੈ, ਤੇ ਫਿਰ ਗਲਤੀ ਕਿਹਦੀ ਹੈ? ਵਿੱਚੋਂ ਕਿਹੜੀ ਚੀਜ਼ ਹੈ ਕਿ ਜਿਹਨੇ ਇਹਨਾਂ ਦੇ ਬਚਪਨ ਦੀ ਦੋਸਤੀ ਨੂੰ ਵੀ ਖਰਾਬ ਕਰ ਦਿੱਤਾ ਹੈ ਤੇ ਇੱਕ ਦੂਸਰੇ ਨੂੰ ਇਹ
ਗਲਤ ਵੀ ਕਹਿਣ ਲੱਗ ਪਏ ਨੇ, ਸ਼ੈਤਾਨ ਕਹਿਣ ਲੱਗ ਪਏ ਨੇ, ਧੋਖੇਬਾਜ਼ ਕਹਿਣ ਲੱਗ ਪਏ। ਵਿੱਚ ਚੀਜ਼ ਪਤਾ ਕੀ ਹੈ? ਜੀ ਜੀ ਲਾਲਚ ਦਾ ਸ਼ੈਤਾਨ। ਹਰ ਬੰਦੇ ਨੂੰ ਪਤਾ ਹੈ ਕਿ ਫਰਾਡ ਨਹੀਂ ਕਰਨਾ ਚਾਹੀਦਾ, ਧੋਖਾ ਨਹੀਂ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ। ਹਰ ਬੰਦੇ ਨੂੰ ਪਤਾ ਹੈ, ਕਿਹਨੂੰ ਨਹੀਂ ਪਤਾ? ਹਰ ਬੰਦੇ ਨੂੰ ਪਤਾ ਹੈ। ਜੀ ਬਾਕੀ ਉਹ ਜਿਹੜਾ ਅੰਦਰ ਬੈਠੇ ਆ ਨਾ, ਉਹ ਜਾ ਮਾਰਦਾ ਹੈ। ਜਿਸ ਵਕਤ ਬਾਹਰ ਬੰਦਾ ਮੋਟਰਸਾਈਕਲ ਤੇ ਜਾਂਦਾ ਨਾ, ਤੇ ਕੋਲੋਂ ਗੱਡੀ ਵਾਲਾ ਲੰਘਦਾ ਤੇ ਧੂੜ ਪੈਂਦੀ ਹੈ ਨਾ ਉਹਦੇ ਤੇ ਉਹ ਜਿਹੜਾ ਅੰਦਰ ਬੈਠਿਆ ਹੁੰਦਾ ਉਹ ਕਹਿੰਦਾ, ਇਹ ਗੱਡੀ ਤੇਰੇ ਕੋਲੇ ਵੀ ਇਸ ਤਰ੍ਹਾਂ ਦੀ ਗੱਡੀ ਹੋਵੇ ਤਾਂ ਨਜ਼ਾਰਾ ਹੁੰਦਾ। ਉਹਦੀਆਂ ਉਂਝਾਂ ਜਿਹੜੀਆਂ ਨੇ ਨਾ, ਉਹਨੂੰ ਕੋਈ ਬੰਦਾ ਕਹਿੰਦੇ ਆ ਨਾ ਮਾਂ ਅਸੀਂ ਕਿ ਸ਼ੈਤਾਨ ਤੋਂ ਬਚਣਾ ਚਾਹੀਦਾ, ਸ਼ੈਤਾਨ ਤੋਂ ਅਸੀਂ ਬਚਨੇ ਆ, ਸ਼ੈਤਾਨ ਨੂੰ ਅਸੀਂ, ਬਾਕੀ ਕੋਈ ਨਹੀਂ ਬਚਦਾ। ਤੁਸੀਂ ਦੇਖੋ ਮੁਹਰਮ ਆਮਨ ਦੇ ਬੜੇ ਬੜੇ ਤਾਜਰ, ਬੜੇ ਬੜੇ ਕਾਰੋਬਾਰੀ ਬੰਦੇ ਜਿਹੜੇ ਹੋਣਗੇ ਜਨਾਬ, ਸਾਰਾ ਦਿਨ ਜਨਾਬ ਧੋਖਾ, ਫਰਾਡ, ਝੂਠ ਬੋਲ ਬੋਲ ਕੇ ਆਮਨ ਦੇ ਜਨਾਬ ਆ ਕੇ 5000 ਦਾ ਨੋਟ ਕੱਢ ਕੇ ਦੇਣ ਦੇ ਮੁਲਾਜ਼ਮ ਨੂੰ, ਲੈ ਜਾ ਉੱਥੋਂ ਲਿਆ ਕੇ ਤੇ ਉਸ ਬਿੱਲ ਲਾ ਦੇ। ਰਮਜ਼ਾਨ ਦੇ ਵਿੱਚ ਜਨਾਬ ਮਸਜਿਦਾਂ ਦੇ ਵਿੱਚ ਜਨਾਬ ਹੈ ਫਰੂਟ ਭੇਜਦੇ ਨੇ ਪਏ, ਦੇਗਾਂ ਪਕਾ ਕੇ ਭੇਜਦੇ ਨੇ ਪਏ। ਬੇਸ਼ੱਕ ਰਮਜ਼ਾਨ ਆਉਣ ਤੋਂ ਪਹਿਲਾਂ ਜ਼ਹੀਰਾਂ ਅੰਦੋਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਚੀਜ਼ਾਂ ਜਿਹੜੀਆਂ ਨੇ ਆਲੂ, ਪਿਆਜ਼, ਮਕਸਦ ਹੈ ਕਿ ਰਾਸ਼ਨ ਦਾ ਸਟਾਕ ਲਾਣਾ ਸ਼ੁਰੂ ਕਰ ਦਿੱਤਾ ਹੈ ਕਿ ਰਮਜ਼ਾਨ ਵਿੱਚ ਮਹਿੰਗੀਆਂ ਕਰਕੇ ਚੀਜ਼ਾਂ ਵੇਚਾਂਦੇ ਤੇ ਵੇਚਦੇ ਵੀ ਨੇ। ਤੇ ਫਿਰ ਜਨਾਬ ਫਰੂਟ ਭੇਜ ਦਿੰਦੇ ਨੇ ਮਸਜਿਦ ਰੋਜ਼ਾ ਖੁਲਵਾਉਣ ਵਾਸਤੇ। ਬਸ ਜੀ ਗੁਨਾਹ ਧੁੱਲ ਗਏ ਨੇ। ਇਹ ਜਿਹੜਾ ਅੰਦਰ ਦਾ ਸ਼ੈਤਾਨ ਹੈ ਨਾ, ਉਹਨੂੰ ਕੰਟਰੋਲ ਨਹੀਂ ਅਸੀਂ ਕਰਦੇ। ਉਹ ਖਵਾਹਿਸ਼ਾਤਾਂ ਦੇ ਜ਼ਰੀਏ ਇੰਝ ਨਾਲ ਬੰਦੇ ਨੂੰ ਘੇਰਦਾ ਹੈ। ਜ਼ਮਾਨਾ ਤਰੱਕੀ ਕਰ ਗਿਆ, ਬੜੀਆਂ ਸਹੂਲਤਾਂ ਆ ਗਈਆਂ ਨੇ, ਪਰ ਉਹ ਜਿਤਨੀਆਂ ਸਹੂਲਤਾਂ ਆਈਆਂ ਨੇ ਨਾ, ਉਹਨਾਂ ਨੇ ਬੰਦਿਆਂ ਨੂੰ ਈਮਾਨ ਤੋਂ ਦੂਰ ਕਰ ਦਿੱਤਾ, ਇਨਸਾਨੀਅਤ ਤੋਂ ਦੂਰ ਕਰ ਦਿੱਤਾ। ਉਹਨਾਂ ਸਹੂਲਤਾਂ ਨੂੰ ਅਪਣਾਉਣ ਵਾਸਤੇ ਬੰਦੇ ਆਪਣਾ ਈਮਾਨ ਜਿਹੜਾ ਉਹ ਖੋ ਗਏ ਨੇ। ਗਲਤੀ ਇਹਨਾਂ ਦੋਵਾਂ ਦੀ ਇਹ ਵੇ, ਕੰਮ ਖਰਾਬ ਹੁੰਦਾ ਨਾ ਕਿਸੇ ਜਗ੍ਹਾ ਤੋਂ, ਨਿਜ਼ਾਮ ਖਰਾਬ ਹੁੰਦਾ ਹੈ, ਉਹਦੇ ਵਿੱਚ ਗਲਤੀ ਇੱਕ ਦੀ ਨਹੀਂ ਦੋਵਾਂ ਦੀ ਹੁੰਦੀ ਹੈ। ਇਹ ਤੇ ਫੇਰ ਚਲੋ ਦੋਸਤ ਨੇ ਨਾ, ਭਰਾ ਜਿਹੜੇ ਨੇ ਉਹ ਅੱਜ ਕੱਲ ਤੁਸੀਂ ਵੇਖੋ ਇੱਕ ਦੂਸਰੇ ਦੇ ਖਿਲਾਫ, ਇੱਕ ਦੂਸਰੇ ਦੇ ਦੁਸ਼ਮਣ ਬਣੇ ਬੈਠੇ ਨੇ। ਕਿਹੜੀ ਚੀਜ਼ ਨੇ ਉਹਨਾਂ ਨੂੰ ਬਣਾਇਆ? ਲਾਲਚ ਦੇ ਸ਼ੈਤਾਨ ਨੇ।